ਸਤਿ ਸ਼੍ਰੀ ਅਕਾਲ। ਤੁਸੀਂ ਵੇਖ ਰਹੇ ਹੋ ਟੀਵੀ ਪੰਜਾਬ ਤੇ ਮੈਂ ਹਾਂ ਤੁਹਾਡੇ ਨਾਲ ਇੰਦਰਪ੍ਰੀਤ ਕੌਰ ਸੰਗੀੜਾ। ਵੀਕਲੀ ਬੁਲੇਟਿਨ ਵਿੱਚ ਤੁਹਾਡਾ ਸਵਾਗਤ ਹੈ, ਜਿੱਥੇ ਗੱਲਬਾਤ ਕਰਾਂਗੇ ਉਹਨਾਂ ਖਬਰਾਂ ਦੀ ਜਿਹੜੀਆਂ ਹਫ਼ਤਾ ਭਰ ਖਾਸ ਰਹੀਆਂ। ਨਜ਼ਰ ਮਾਰਦੇ ਹਾਂ ਸਭ ਤੋਂ ਪਹਿਲਾਂ ਹੈਡਲਾਈਨਸ ਤੇ। ਇੰਤਜ਼ਾਰ ਹੋਇਆ ਖਤਮ। ਫੈਡਰਲ ਸਕਿਲਡ ਵਰਕਰ ਪ੍ਰੋਗਰਾਮ ਤੇ ਕੈਨੇਡੀਅਨ ਐਕਸਪੀਰੀਅੰਸ ਕਲਾਸ ਡਰਾਅ ਦਾ ਐਲਾਨ। ਸੁਪਰ ਵੀਜ਼ਾ ਵਾਲਿਆਂ ਨੂੰ 5 ਸਾਲ ਤੱਕ ਰਹਿਣ ਦਾ ਮੌਕਾ। ਅੱਜ ਤੋਂ ਇਹ ਨਿਯਮ ਹੋ ਰਿਹਾ ਲਾਗੂ। ਕੈਨੇਡਾ ਵਿੱਚ ਉਡਾਨਾਂ ਹੋਈਆਂ ਲੇਟ। ਯਾਤਰੀਆਂ ਨੇ ਕੀਤਾ ਦੇਰੀ ਦਾ ਸਾਹਮਣਾ। ਖਾਲੀ ਨੌਕਰੀਆਂ ਵਿੱਚ ਵਾਧਾ। ਵਰਕਰਾਂ ਦੀ ਭਾਰੀ ਘਾਟ। ਇਮੀਗ੍ਰੇਸ਼ਨ ਮੰਤਰੀ ਵੱਲੋਂ ਜੋ ਵਾਅਦਾ ਕੀਤਾ ਗਿਆ ਉਹਨਾਂ ਵੱਲੋਂ ਪੂਰਾ ਕੀਤਾ ਗਿਆ। 6 ਜੁਲਾਈ ਨੂੰ ਵੱਡੇ ਡਰਾਅ ਐਲਾਨ ਕੀਤੇ ਗਏ, ਜਿਸ ਵਿੱਚ ਕਈ ਉਮੀਦਵਾਰਾਂ ਨੂੰ ਇਨਵੀਟੇਸ਼ਨ ਦਿੱਤੇ ਗਏ। ਫੈਡਰਲ ਲੈਵਲ ਤੇ ਕੈਨੇਡੀਅਨ ਐਕਸਪੀਰੀਅੰਸ ਕਲਾਸ ਡਰਾਅ ਦਾ ਐਲਾਨ ਕੀਤਾ ਗਿਆ। IRCC ਵੱਲੋਂ ਦਸੰਬਰ 2020 ਤੋਂ ਬਾਅਦ ਪਹਿਲਾ ਫੈਡਰਲ ਸਕਿਲਡ ਵਰਕਰ ਪ੍ਰੋਗਰਾਮ ਕੱਢਿਆ ਗਿਆ, ਜਿਸ ਵਿੱਚ ਉਮੀਦਵਾਰਾਂ ਨੂੰ ਇਨਵੀਟੇਸ਼ਨ ਜਾਰੀ ਕੀਤੇ ਗਏ ਨੇ। ਜੀ ਹਾਂ, ਇਮੀਗ੍ਰੇਸ਼ਨ ਨਾਲ ਜੁੜੀ ਹੋਈ ਵੱਡੀ ਖਬਰ ਸਾਹਮਣੇ ਆਈ ਹੈ। ਜਿਸ ਤਰ੍ਹਾਂ ਇਮੀਗ੍ਰੇਸ਼ਨ ਮੰਤਰੀ ਵੱਲੋਂ ਜਾਣਕਾਰੀ ਦਿੱਤੀ ਗਈ ਸੀ, ਠੀਕ ਉਸੇ ਤਰ੍ਹਾਂ ਹੋਇਆ। ਇਮੀਗ੍ਰੇਸ਼ਨ ਵਿਭਾਗ ਵੱਲੋਂ ਇੱਕ ਵਾਰ ਫਿਰ ਤੋਂ ਵੱਡੇ ਡਰਾਅ ਦਾ ਐਲਾਨ ਕੀਤਾ ਗਿਆ, ਜਿਸ ਵਿੱਚ ਕਈ ਉਮੀਦਵਾਰਾਂ ਦੀ ਕਿਸਮਤ ਜਾਗੀ ਹੈ। ਤਾਜ਼ਾ ਡਰਾਅ ਵਿੱਚ ਇਮੀਗ੍ਰੇਸ਼ਨ, ਰਿਫਿਊਜੀਜ਼ ਐਂਡ ਸਿਟੀਜ਼ਨਸ਼ਿਪ ਕੈਨੇਡਾ ਵੱਲੋਂ 1000 ਤੋਂ ਵੱਧ ਉਮੀਦਵਾਰਾਂ ਨੂੰ ਸੱਦੇ ਜਾਰੀ ਕੀਤੇ ਗਏ। 1500 ਉਮੀਦਵਾਰਾਂ ਨੂੰ PR ਵਾਸਤੇ ਅਪਲਾਈ ਕਰਨ ਦਾ ਮੌਕਾ ਦਿੱਤਾ ਗਿਆ। ਉਮੀਦਵਾਰਾਂ ਲਈ ਜ਼ਰੂਰੀ ਸੀ ਕਿ ਉਹਨਾਂ ਕੋਲ 557 ਕੰਪ੍ਰੀਹੈਂਸਿਵ ਰੈਂਕਿੰਗ ਸਿਸਟਮ ਸਕੋਰਸ ਹੋਣ। ਦੱਸਿਏ ਕਿ ਐਕਸਪ੍ਰੈਸ ਐਂਟਰੀ ਦਾ ਜਿਹੜਾ ਇਹ ਨਵਾਂ ਡਰਾਅ ਕੱਢਿਆ ਗਿਆ, ਇਸ ਵਿੱਚ ਕੈਨੇਡੀਅਨ ਐਕਸਪੀਰੀਅੰਸ ਕਲਾਸ ਉਮੀਦਵਾਰਾਂ ਨੂੰ ਵੀ ਸ਼ਾਮਿਲ ਕੀਤਾ ਗਿਆ। ਕੈਨੇਡੀਅਨ ਐਕਸਪੀਰੀਅੰਸ ਕਲਾਸ ਦਸੰਬਰ 2021 ਤੋਂ ਬਾਅਦ ਹੁਣ ਪਹਿਲੀ ਵਾਰ ਐਲਾਨ ਕੀਤਾ ਗਿਆ ਹੈ। ਅੱਜ ਦੇ ਇਹ ਡਰਾਅ ਕੱਢਣ ਤੋਂ ਬਾਅਦ ਇਮੀਗ੍ਰੇਸ਼ਨ ਮੰਤਰੀ ਵੱਲੋਂ ਵੀ ਇੱਕ ਸਟੇਟਮੈਂਟ ਜਾਰੀ ਕੀਤੀ ਗਈ ਹੈ। ਇਮੀਗ੍ਰੇਸ਼ਨ ਮੰਤਰੀ ਵੱਲੋਂ ਇਸ ਬਾਰੇ ਆਪਣੇ ਵਿਚਾਰ ਸਾਂਝੇ ਕਰਦਿਆਂ ਦੱਸਿਆ ਗਿਆ ਕਿ ਅਰਜ਼ੀਆਂ ਉੱਪਰ ਹੁਣ ਪਹਿਲਾਂ ਦੀ ਤਰ੍ਹਾਂ 6 ਮਹੀਨੇ ਦਾ ਸਮਾਂ ਹੀ ਲੱਗਿਆ ਕਰੇਗਾ। ਇਸ ਤੋਂ ਇਲਾਵਾ ਉਹਨਾਂ ਨੇ ਉਮੀਦਵਾਰਾਂ ਦਾ ਧੰਨਵਾਦ ਵੀ ਕੀਤਾ, ਜਿਨ੍ਹਾਂ ਵੱਲੋਂ ਸੰਯਮ ਬਣਾਇਆ ਹੋਇਆ ਸੀ ਤੇ ਉਹਨਾਂ ਵੱਲੋਂ ਡਰਾਅ ਦਾ ਇੰਤਜ਼ਾਰ ਕੀਤਾ ਜਾ ਰਿਹਾ ਸੀ। ਇਸ ਤੋਂ ਇਲਾਵਾ ਉਹ ਇਸ ਗੱਲ ਦਾ ਜ਼ਿਕਰ ਕਰਦੇ ਹੋਏ ਵੀ ਦਿਖਾਈ ਦਿੱਤੇ ਕਿ ਸਕਿਲਡ ਵਰਕਰਸ ਦਾ ਵੀ ਸਵਾਗਤ ਕੀਤਾ ਜਾਏਗਾ, ਤਾਂ ਕਿ ਕੈਨੇਡਾ ਦੀ ਲੇਬਰ ਸ਼ਾਰਟੇਜ ਨੂੰ ਪੂਰਾ ਕੀਤਾ ਜਾ ਸਕੇ। ਜ਼ਿਕਰਯੋਗ ਹੈ ਕਿ ਪੈਂਡੇਮਿਕ ਦੌਰਾਨ ਇਹਨਾਂ ਵੱਡੇ ਡਰਾਅਸ ਉੱਪਰ IRCC ਵੱਲੋਂ ਪੌਜ਼ ਲਗਾਇਆ ਗਿਆ ਸੀ। ਫੈਡਰਲ ਸਕਿਲਡ ਵਰਕਰ ਪ੍ਰੋਗਰਾਮ ਦਸੰਬਰ 2020 ਤੋਂ ਹੀ ਬੰਦ ਕੀਤੇ ਗਏ ਤੇ ਹੁਣ ਇੰਨੇ ਲੰਬੇ ਇੰਤਜ਼ਾਰ ਤੋਂ ਬਾਅਦ ਇੱਕ ਵਾਰ ਫਿਰ ਤੋਂ ਇਹ ਡਰਾਅ ਐਲਾਨ ਕੀਤਾ ਗਿਆ ਹੈ। ਇਸ ਤੋਂ ਇਲਾਵਾ ਕੈਨੇਡੀਅਨ ਐਕਸਪੀਰੀਅੰਸ ਕਲਾਸ ਉਮੀਦਵਾਰਾਂ ਵੱਲੋਂ ਸਤੰਬਰ 2021 ਤੋਂ ਹੀ ਇਸ ਡਰਾਅ ਦਾ ਇੰਤਜ਼ਾਰ ਕੀਤਾ ਜਾ ਰਿਹਾ ਸੀ। ਆਖਰੀ ਵਾਰ ਇਹ ਡਰਾਅ ਸਤੰਬਰ 2021 ਦੌਰਾਨ ਕੱਢਿਆ ਗਿਆ ਤੇ ਹੁਣ ਇੱਕ ਵਾਰ ਫਿਰ ਤੋਂ ਇਸ ਦਾ ਐਲਾਨ ਕੀਤਾ ਗਿਆ। ਇੱਥੇ ਵੀ ਦੱਸਣਯੋਗ ਹੈ ਕਿ ਇਮੀਗ੍ਰੇਸ਼ਨ ਮੰਤਰੀ ਵੱਲੋਂ ਇੱਕ ਇੰਟਰਵਿਊ ਵਿੱਚ ਇਮੀਗ੍ਰੇਸ਼ਨ ਨਾਲ ਜੁੜੀਆਂ ਹੋਈਆਂ ਕਈ ਵੱਡੀਆਂ ਅਪਡੇਟ ਸਾਂਝੀਆਂ ਕੀਤੀਆਂ ਸਨ। ਉਹਨਾਂ ਵੱਲੋਂ ਇਹ ਗੱਲ ਕਹੀ ਗਈ ਸੀ ਕਿ 6 ਜੁਲਾਈ ਤੋਂ ਮੁੜ ਵੱਡੇ ਡਰਾਅ ਐਲਾਨ ਕੀਤੇ ਜਾਣਗੇ। ਇਸ ਵਿੱਚ ਪਹਿਲਾਂ ਦੀ ਤਰ੍ਹਾਂ ਹੀ ਉਮੀਦਵਾਰਾਂ ਨੂੰ ਸੱਦੇ ਦਿੱਤੇ ਜਾਣ ਦੀ ਉਹਨਾਂ ਵੱਲੋਂ ਗੱਲ ਕੀਤੀ ਗਈ। ਸੁਪਰ ਵੀਜ਼ਾ ਵਾਲਿਆਂ ਲਈ ਇੱਕ ਚੰਗੀ ਖਬਰ ਸਾਹਮਣੇ ਆਈ। ਸੁਪਰ ਵੀਜ਼ਾ ਵਾਲੇ ਹੁਣ ਕੈਨੇਡਾ ਵਿੱਚ ਇੱਕੋ ਵਾਰ 5 ਸਾਲ ਤੱਕ ਰਹਿ ਸਕਣਗੇ। ਇਮੀਗ੍ਰੇਸ਼ਨ ਮੰਤਰੀ ਵੱਲੋਂ ਤੇ ਇਮੀਗ੍ਰੇਸ਼ਨ ਵਿਭਾਗ ਵੱਲੋਂ ਇਸ ਬਾਰੇ ਐਲਾਨ ਕਰਦਿਆਂ ਦੱਸ ਦਿੱਤਾ ਗਿਆ ਕਿ ਹੁਣ ਸੁਪਰ ਵੀਜ਼ਾ ਵਾਲੇ ਜਿਹੜੇ ਪਹਿਲਾਂ ਹੀ ਕੈਨੇਡਾ ਵਿੱਚ ਪਹੁੰਚੇ ਹੋਏ ਸਨ, ਉਹ ਵੀ ਆਪਣੀ ਸਟੇ ਨੂੰ ਅੱਗੇ ਵਧਾ ਸਕਦੇ ਨੇ। ਸੁਪਰ ਵੀਜ਼ਾ ਬਾਰੇ ਇੱਕ ਵੱਡੀ ਖੁਸ਼ਖਬਰੀ ਸਾਹਮਣੇ ਆਈ ਹੈ। ਸੁਪਰ ਵੀਜ਼ਾ ਵਾਲੇ ਹੁਣ ਕੈਨੇਡਾ ਵਿੱਚ 5 ਸਾਲ ਤੱਕ ਰਹਿ ਸਕਣਗੇ। ਜੀ ਹਾਂ, ਕੈਨੇਡਾ ਵੱਲੋਂ ਮਾਂ-ਬਾਪ ਦੇ ਸੁਪਰ ਵੀਜ਼ਾ ਰਾਹੀਂ ਕੈਨੇਡਾ ਵਿੱਚ ਰਹਿਣ ਦੇ ਸਮੇਂ ਨੂੰ ਵਧਾ ਕੇ ਹੁਣ 5 ਸਾਲ ਕਰ ਦਿੱਤਾ ਗਿਆ ਹੈ। ਅੱਜ ਤੋਂ ਹੀ ਸੁਪਰ ਵੀਜ਼ਾ ਦੇ ਸੰਬੰਧ ਵਿੱਚ ਕੁਝ ਬਦਲਾਵ ਕੀਤੇ ਜਾ ਰਹੇ ਨੇ, ਜਿਸ ਮੁਤਾਬਕ ਸੁਪਰ ਵੀਜ਼ਾ ਹੋਲਡਰ ਕੈਨੇਡਾ ਵਿੱਚ ਇੱਕੋ ਵਾਰ 5 ਸਾਲ ਤੱਕ ਰਹਿ ਸਕਣਗੇ। ਭਾਵ ਕਿ ਜੇ ਕੋਈ ਸੁਪਰ ਵੀਜ਼ਾ ਵਾਲਾ ਕੈਨੇਡਾ ਵਿੱਚ ਗਿਆ ਹੈ ਤਾਂ ਉਹ ਇੱਥੇ 5 ਸਾਲ ਲਗਾਤਾਰ ਰਹਿ ਸਕੇਗਾ। ਮੌਜੂਦਾ ਸਮੇਂ ਜਿਨ੍ਹਾਂ ਕੋਲ ਸੁਪਰ ਵੀਜ਼ਾ ਹੈ, ਉਹ ਆਪਣੀ ਸਟੇ ਨੂੰ ਅੱਗੇ ਵਧਾਉਣ ਸੰਬੰਧੀ ਅਪੀਲ ਕਰ ਸਕਦੇ ਨੇ, ਜਿਸ ਦਾ ਮਤਲਬ ਹੈ ਕਿ ਮੌਜੂਦਾ ਸਮੇਂ ਜਿਹੜੇ ਸੁਪਰ ਵੀਜ਼ਾ ਵਾਲੇ ਕੈਨੇਡਾ ਵਿੱਚ ਗਏ ਨੇ, ਉਹ ਇੱਥੇ 7 ਸਾਲ ਤੱਕ ਰਹਿ ਸਕਣਗੇ। ਜਾਣਕਾਰੀ ਲਈ ਦੱਸ ਦਈਏ ਕਿ ਸੁਪਰ ਵੀਜ਼ਾ ਪੇਰੈਂਟਸ ਐਂਡ ਗ੍ਰੈਂਡ ਪੇਰੈਂਟਸ ਪ੍ਰੋਗਰਾਮ ਦਾ ਆਲਟਰਨੇਟਿਵ ਹੈ। ਇਮੀਗ੍ਰੇਸ਼ਨ, ਰਿਫਿਊਜੀਜ਼ ਐਂਡ ਸਿਟੀਜ਼ਨਸ਼ਿਪ ਕੈਨੇਡਾ ਵੱਲੋਂ ਇਸ ਬਾਰੇ ਜਾਣਕਾਰੀ ਸਾਂਝੀ ਕਰਦਿਆਂ ਦੱਸਿਆ ਗਿਆ ਕਿ ਉਹਨਾਂ ਨੂੰ ਹਰ ਸਾਲ ਇਸ ਨਾਲ ਜੁੜੀਆਂ ਹੋਈਆਂ 2 ਲੱਖ ਅਰਜ਼ੀਆਂ ਮਿਲਦੀਆਂ ਨੇ। ਵਿਭਾਗ ਕੋਲ ਸਿਰਫ 35,000 ਅਰਜ਼ੀਆਂ ਹੀ ਅਵੇਲੇਬਲ ਹਨ, ਪਰ ਇਸ ਤੋਂ ਜ਼ਿਆਦਾ ਅਰਜ਼ੀਆਂ ਮਿਲਣ ਬਾਰੇ ਉਹਨਾਂ ਵੱਲੋਂ ਜਾਣਕਾਰੀ ਸਾਂਝੀ ਕੀਤੀ ਗਈ। ਜਦੋਂ ਵਿਭਾਗ ਨੂੰ ਅਰਜ਼ੀਆਂ ਮਿਲਦੀਆਂ ਨੇ, ਫਿਰ ਲੋਟਰੀ ਦੇ ਰਾਹੀਂ ਇਹ ਤੈਅ ਕੀਤਾ ਜਾਂਦਾ ਹੈ ਕਿ ਪੇਰੈਂਟਸ ਗ੍ਰੈਂਡ ਪੇਰੈਂਟਸ ਪ੍ਰੋਗਰਾਮ ਰਾਹੀਂ ਕੌਣ ਕੈਨੇਡਾ ਵਿੱਚ ਆ ਸਕਣਗੇ। ਪਰ ਦੂਜੇ ਪਾਸੇ ਸੁਪਰ ਵੀਜ਼ਾ ਵਾਸਤੇ ਕੋਈ ਵੀ ਲੋਟਰੀ ਨਹੀਂ ਹੈ। ਇਹ ਕੁਝ ਫੈਮਲੀਜ਼ ਨੂੰ ਦਿੱਤਾ ਜਾਂਦਾ ਹੈ। ਪੇਰੈਂਟਸ ਗ੍ਰੈਂਡ ਪੇਰੈਂਟਸ ਦੇ ਮੁਕਾਬਲੇ ਸੁਪਰ ਵੀਜ਼ਾ ਛੇਤੀ ਮਿਲ ਜਾਂਦਾ ਹੈ।
ਤੇ ਹੁਣ ਇਸ ਬਾਰੇ ਇੱਕ ਰਾਹਤ ਦੀ ਖਬਰ ਸਾਹਮਣੇ ਆਈ ਹੈ, ਜਿਸ ਵਿੱਚ ਦੱਸਿਆ ਗਿਆ ਹੈ ਕਿ ਸੁਪਰ ਵੀਜ਼ਾ ਰਾਹੀਂ ਆਉਣ ਵਾਲੇ ਮਾਪੇ ਕੈਨੇਡਾ ਵਿੱਚ 5 ਸਾਲ ਤੱਕ ਇੱਕੋ ਵਾਰ ਹੀ ਰਹਿ ਸਕਣਗੇ। ਇਹ ਨਿਯਮ ਅੱਜ ਤੋਂ ਹੀ ਲਾਗੂ ਹੋਣ ਜਾ ਰਿਹਾ ਹੈ। ਕੈਨੇਡਾ ਵਿੱਚ ਲਗਾਤਾਰ ਕਈ ਉਡਾਨਾਂ ਲੇਟ ਹੋ ਰਹੀਆਂ ਨੇ। ਇਸੇ ਤਰ੍ਹਾਂ ਦੀਆਂ ਉਡਾਨਾਂ ਬਾਰੇ ਤਾਜ਼ਾ ਜਾਣਕਾਰੀ ਸਾਹਮਣੇ ਆਈ, ਜਿੱਥੇ ਦੱਸਿਆ ਗਿਆ ਕਿ ਬਹੁਤ ਸਾਰੇ ਯਾਤਰੀ ਪ੍ਰਭਾਵਿਤ ਹੋਏ ਤੇ ਉਹਨਾਂ ਨੂੰ ਪਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ। ਕੈਨੇਡਾ ਦੀਆਂ 에ਅਰਲਾਈਨਸ ਰਾਹੀਂ ਸਫ਼ਰ ਕਰਨ ਵਾਲਿਆਂ ਨੂੰ ਕਾਫੀ ਦਿੱਕਤ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਪੂਰੀ ਗਲੋਬਲ ਲਿਸਟ ਵਿੱਚ ਕੈਨੇਡਾ ਦੀਆਂ 에ਅਰਲਾਈਨਸ ਦੇ 에ਅਰਪੋਰਟ ਦਾ ਨਾਮ ਸਿਖਰ ਤੇ ਹੈ, ਜਿੱਥੇ ਯਾਤਰੀਆਂ ਨੂੰ ਹੁਣ ਉਡਾਨਾਂ ਸੰਬੰਧੀ ਦੇਰੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਇਸ ਬਾਰੇ ਜਾਣਕਾਰੀ ਸਾਹਮਣੇ ਆਈ, ਜਿੱਥੇ ਦੱਸਿਆ ਜਾ ਰਿਹਾ ਹੈ ਕਿ ਜੁਲਾਈ ਲੌਂਗ ਵੀਕਐਂਡ ਦੌਰਾਨ ਕਿਸ ਤਰ੍ਹਾਂ ਯਾਤਰੀਆਂ ਨੂੰ ਕਾਫੀ ਦਿੱਕਤ ਆਈ ਹੈ। 에ਅਰ ਕੈਨੇਡਾ ਦੀਆਂ ਕਈ ਉਡਾਨਾਂ ਵੀ ਪ੍ਰਭਾਵਿਤ ਹੋਈਆਂ ਨੇ। ਸ਼ਨੀਵਾਰ ਅਤੇ ਐਤਵਾਰ ਦੌਰਾਨ ਹੀ 700 ਦੇ ਕਰੀਬ ਉਡਾਨਾਂ ਪ੍ਰਭਾਵਿਤ ਹੋਣ ਬਾਰੇ ਪਤਾ ਚੱਲਿਆ। ਇਸ ਦੀ ਜਾਣਕਾਰੀ ਟਰੈਕਿੰਗ ਸਰਵਿਸ ਫਲਾਈਟ ਅਵੇਅਰ ਵੱਲੋਂ ਦਿੱਤੀ ਗਈ, ਜਿੱਥੇ ਉਹਨਾਂ ਦੱਸਿਆ ਕਿ ਕਿਵੇਂ ਕਈ ਯਾਤਰੀਆਂ ਨੂੰ ਆਪਣੀਆਂ ਉਡਾਨਾਂ ਸੰਬੰਧੀ ਦੇਰੀ ਦੀ ਪਰੇਸ਼ਾਨੀ ਆਈ ਹੈ। ਜੈਜ਼ ਐਵੀਏਸ਼ਨ ਦੀਆਂ 53% ਉਡਾਨਾਂ ਪ੍ਰਭਾਵਿਤ ਹੋਣ ਦੇ ਬਾਰੇ ਦੱਸਿਆ ਜਾ ਰਿਹਾ ਹੈ। ਵੈਸਟ ਜੈਟ ਦੀਆਂ 55 ਦੇ ਕਰੀਬ ਉਡਾਨਾਂ ਨੂੰ ਦੇਰੀ ਹੋਈ ਹੈ। ਟੋਰਾਂਟੋ ਪੀਅਰਸਨ 에ਅਰਪੋਰਟ ਦੇ ਬਾਰੇ ਪਹਿਲਾਂ ਵੀ ਲਗਾਤਾਰ ਜਾਣਕਾਰੀ ਸਾਹਮਣੇ ਆਉਂਦੀ ਰਹੀ ਹੈ ਤੇ ਹੁਣ ਇੱਕ ਵਾਰ ਫਿਰ ਤੋਂ ਪਤਾ ਚੱਲਿਆ ਕਿ ਇੱਥੇ ਵੀ ਵੱਡੀ ਗਿਣਤੀ ਉਡਾਨਾਂ ਨੂੰ ਦੇਰੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਮੌਂਟਰੀਅਲ 에ਅਰਪੋਰਟ ਤੇ 43 ਟੇਕ ਆਫ ਡਿਲੇ ਹੋਏ ਨੇ। ਇੱਥੇ ਇਹ ਵੀ ਦੱਸ ਦਈਏ ਕਿ 에ਅਰ ਕੈਨੇਡਾ ਵੱਲੋਂ ਪਿਛਲੇ ਹਫ਼ਤੇ ਜਾਣਕਾਰੀ ਸਾਂਝੀ ਕੀਤੀ ਸੀ ਕਿ ਉਹਨਾਂ ਵੱਲੋਂ ਕੁਝ ਉਡਾਨਾਂ ਰੱਦ ਕੀਤੀਆਂ ਜਾ ਰਹੀਆਂ ਨੇ। ਇਸ ਦਾ ਕਾਰਨ ਵੀ ਉਹਨਾਂ ਵੱਲੋਂ ਸਪਸ਼ਟ ਕੀਤਾ ਗਿਆ ਸੀ। ਹੁਣ ਜੋ ਲੌਂਗ ਵੀਕਐਂਡ ਦੇ ਬਾਰੇ ਡੀਟੇਲ ਸਾਹਮਣੇ ਆਈ ਹੈ, ਉਸ ਵਿੱਚ ਪਤਾ ਚੱਲਿਆ ਹੈ ਕਿ ਕਿਵੇਂ ਕੈਨੇਡੀਅਨ 에ਅਰਲਾਈਨਸ ਅਤੇ 에ਅਰਪੋਰਟ ਦੇ ਉੱਪਰ ਲੋਕਾਂ ਨੂੰ ਆਪਣੀ ਉਡਾਨਾਂ ਸੰਬੰਧੀ ਇੰਤਜ਼ਾਰ ਕਰਨਾ ਪਿਆ ਤੇ ਉਹਨਾਂ ਦੀਆਂ ਉਡਾਨਾਂ ਪ੍ਰਭਾਵਿਤ ਹੋਈਆਂ ਨੇ। ਕੈਨੇਡਾ ਵਿੱਚ ਖਾਲੀ ਨੌਕਰੀਆਂ ਦਾ ਲਗਾਤਾਰ ਵਾਧਾ ਹੋ ਰਿਹਾ ਹੈ। ਕਈ ਸੈਕਟਰ ਅਜਿਹੇ ਨੇ ਜਿੱਥੇ ਕਾਫੀ ਜ਼ਿਆਦਾ ਨੌਕਰੀਆਂ ਖਾਲੀ ਪਈਆਂ ਨੇ। EMPLOYERS ਵੱਲੋਂ ਲਗਾਤਾਰ ਇਹਨਾਂ ਨੂੰ ਭਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ, ਫਿਰ ਵੀ ਬਹੁਤ ਸਾਰੀਆਂ ਨੌਕਰੀਆਂ ਅਜੇ ਵੀ ਖਾਲੀ ਪਈਆਂ ਨੇ। ਕੈਨੇਡਾ ਵਿੱਚ ਖਾਲੀ ਪਈਆਂ ਨੌਕਰੀਆਂ ਦੀ ਗਿਣਤੀ ਲਗਾਤਾਰ ਵਧਦੀ ਜਾ ਰਹੀ ਹੈ। ਇਸ ਬਾਰੇ ਸਟੈਟਿਸਟਿਕਸ ਕੈਨੇਡਾ ਵੱਲੋਂ ਇੱਕ ਤਾਜ਼ਾ ਰਿਪੋਰਟ ਪੇਸ਼ ਕੀਤੀ ਗਈ, ਜਿਸ ਵਿੱਚ ਉਹਨਾਂ ਦੱਸਿਆ ਕਿ ਮੌਜੂਦਾ ਸਮੇਂ ਕੈਨੇਡਾ ਵਿੱਚ ਕਿੰਨੀਆਂ ਨੌਕਰੀਆਂ ਖਾਲੀ ਪਈਆਂ ਨੇ। ਦੱਸਿਆ ਜਾ ਰਿਹਾ ਹੈ ਕਿ ਕੈਨੇਡਾ ਦੇ EMPLOYERS ਵੱਲੋਂ ਲਗਾਤਾਰ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ 1 ਮਿਲੀਅਨ ਜਿਹੜੀਆਂ ਖਾਲੀ ਪਈ ਨੌਕਰੀਆਂ ਨੇ ਉਹਨਾਂ ਨੂੰ ਭਰਿਆ ਜਾਵੇ। ਸਟੈਟਿਸਟਿਕਸ ਕੈਨੇਡਾ ਵੱਲੋਂ ਇਹ ਅੰਕੜਾ ਅਪ੍ਰੈਲ ਮਹੀਨੇ ਬਾਰੇ ਪੇਸ਼ ਕੀਤਾ ਗਿਆ ਹੈ, ਜਿਸ ਵਿੱਚ ਦੱਸਿਆ ਗਿਆ ਕਿ ਮੌਜੂਦਾ ਸਮੇਂ 1 ਮਿਲੀਅਨ ਦੇ ਕਰੀਬ ਨੌਕਰੀਆਂ ਖਾਲੀ ਪਈਆਂ ਨੇ। ਪਹਿਲਾਂ ਦੇ ਮੁਕਾਬਲੇ ਇਸ ਵਿੱਚ 2.4% ਦਾ ਵਾਧਾ ਦਰਜ ਕੀਤਾ ਗਿਆ ਤੇ ਪਿਛਲੇ ਸਾਲ ਅਪ੍ਰੈਲ ਮਹੀਨੇ ਦੀ ਤੁਲਨਾ ਵਿੱਚ ਇਹ 45% ਦਾ ਵਾਧਾ ਦੱਸਿਆ ਗਿਆ ਹੈ। ਸਟੈਟਿਸਟਿਕਸ ਕੈਨੇਡਾ ਵੱਲੋਂ ਜਿਹੜੀ ਰਿਪੋਰਟ ਪੇਸ਼ ਕੀਤੀ ਗਈ, ਉਸ ਨੂੰ ਵੇਖ ਕੇ ਪਤਾ ਚੱਲਿਆ ਹੈ ਕਿ ਅਪ੍ਰੈਲ ਵਿੱਚ ਪਹਿਲਾਂ ਦੇ ਮੁਕਾਬਲੇ ਖਾਲੀ ਨੌਕਰੀਆਂ ਦੀ ਗਿਣਤੀ ਵੱਧ ਹੋਈ ਹੈ। ਸਭ ਤੋਂ ਵੱਧ ਨੌਕਰੀਆਂ ਐਲਬਰਟਾ ਤੇ ਓਨਟਾਰੀਓ ਸੂਬੇ ਵਿੱਚ ਖਾਲੀ ਪਾਈਆਂ ਗਈਆਂ। ਅਪ੍ਰੈਲ ਮਹੀਨੇ ਦੌਰਾਨ ਅਲੱਗ-ਅਲੱਗ ਸੈਕਟਰਸ ਵਿੱਚ ਕਿੰਨੀਆਂ ਜੌਬ ਵੈਕੈਂਸੀ ਹੈ, ਇਹ ਵੀ ਸਟੈਟਿਸਟਿਕਸ ਕੈਨੇਡਾ ਵੱਲੋਂ ਇਸ ਰਿਪੋਰਟ ਵਿੱਚ ਦੱਸਿਆ ਗਿਆ। ਅਪ੍ਰੈਲ ਮਹੀਨੇ ਦੌਰਾਨ ਕੰਸਟਰਕਸ਼ਨ ਸੈਕਟਰ ਵਿੱਚ ਖਾਲੀ ਨੌਕਰੀਆਂ ਦਾ ਅੰਕੜਾ 99,000 ਦੱਸਿਆ ਗਿਆ। ਪਹਿਲਾਂ ਦੇ ਮੁਕਾਬਲੇ ਇਸ ਵਿੱਚ 5.4% ਦਾ ਵਾਧਾ ਹੋਇਆ ਹੈ। ਪਿਛਲੇ ਅਪ੍ਰੈਲ ਮਹੀਨੇ ਦੀ ਤੁਲਨਾ ਵਿੱਚ 45% ਦਾ ਵਾਧਾ ਦੱਸਿਆ ਗਿਆ। ਇਸ ਰਿਪੋਰਟ ਵਿੱਚ ਇਹ ਵੀ ਗੱਲ ਨਿਕਲ ਕੇ ਸਾਹਮਣੇ ਆਈ ਹੈ ਕਿ ਹੈਲਥ ਕੇਅਰ ਸੈਕਟਰ ਵਿੱਚ ਖਾਲੀ ਪਈ ਨੌਕਰੀਆਂ ਘੱਟ ਹੋਈਆਂ ਨੇ। ਮਾਰਚ ਮਹੀਨੇ ਵਿੱਚ ਖਾਲੀ ਨੌਕਰੀਆਂ ਬਾਰੇ ਜੋ ਅੰਕੜਾ ਸਾਂਝਾ ਕੀਤਾ ਗਿਆ ਉਹ 1,47,500 ਦਾ ਸੀ ਤੇ ਅਪ੍ਰੈਲ ਮਹੀਨੇ ਵਿੱਚ ਇਹ ਅੰਕੜਾ 1,25,200 ਦਾ ਦੱਸਿਆ ਗਿਆ, ਜਿਸ ਦਾ ਮਤਲਬ ਹੈ ਕਿ ਮਾਰਚ ਮਹੀਨੇ ਦੀ ਤੁਲਨਾ ਵਿੱਚ ਇਸ ਅੰਦਰ 15% ਦੀ ਗਿਰਾਵਟ ਦਰਜ ਕੀਤੀ ਗਈ। ਦੱਸ ਦਈਏ ਕਿ ਕੈਨੇਡਾ ਵਿੱਚ ਵੱਖ-ਵੱਖ EMPLOYERS ਵੱਲੋਂ ਲਗਾਤਾਰ ਕਰਮਚਾਰੀਆਂ ਨੂੰ ਕੰਮ ਤੇ ਰੱਖਣ ਸੰਬੰਧੀ ਕਈ ਤਰ੍ਹਾਂ ਦੇ ਉਪਰਾਲੇ ਕੀਤੇ ਜਾ ਰਹੇ ਨੇ। ਕਈ ਥਾਵਾਂ ਦੇ ਉੱਪਰ ਤਾਂ ਪੇਰੋਲ ਵਿੱਚ ਵੀ ਵਾਧਾ ਕੀਤਾ ਜਾ ਰਿਹਾ ਹੈ ਤਾਂ ਕਿ ਜ਼ਿਆਦਾ ਲੋਕ ਨੌਕਰੀਆਂ ਕਰ ਸਕਣ। ਪ੍ਰਿੰਸ ਐਡਵਰਡ ਆਈਲੈਂਡ, ਨਿਊ ਬਰਨਸਵਿਕ ਤੇ ਬ੍ਰਿਟਿਸ਼ ਕੋਲੰਬੀਆ ਸੂਬੇ ਬਾਰੇ ਜਾਣਕਾਰੀ ਸਾਂਝੀ ਕਰਦਿਆਂ ਰਿਪੋਰਟ ਵਿੱਚ ਦੱਸਿਆ ਗਿਆ ਹੈ ਕਿ ਇੱਥੇ ਇੰਪਲੋਇਮੈਂਟ ਲੈਵਲ ਪ੍ਰੀ ਪੈਂਡੈਮਿਕ ਲੈਵਲ ਨੂੰ ਪਾਰ ਕਰ ਚੁੱਕਿਆ ਹੈ। ਇਸ ਦੇ ਪਿੱਛੇ ਕਈ ਫੈਕਟਰਸ ਮੰਨੇ ਜਾ ਰਹੇ ਨੇ। ਇਹ ਵੀ ਗੱਲ ਦੱਸੀ ਗਈ ਹੈ ਕਿ ਅਕੋਮੋਡੇਸ਼ਨ ਤੇ ਫੂਡ ਸਰਵਿਸਿਜ਼ ਸੈਕਟਰ ਵਿੱਚ ਵੀ ਨੌਕਰੀਆਂ ਵੱਧ ਦਰਜ ਕੀਤੀਆਂ ਗਈਆਂ। ਇਸ ਵਿੱਚ 10% ਦਾ ਵਾਧਾ ਦਰਜ ਕੀਤਾ ਗਿਆ ਹੈ। ਸ਼ਰਨਾਰਥੀਆਂ ਬਾਰੇ ਕੈਨੇਡਾ ਵੱਲੋਂ ਤਾਜ਼ਾ ਐਲਾਨ ਕੀਤਾ ਗਿਆ, ਜਿੱਥੇ ਉਹਨਾਂ ਵੱਲੋਂ
ਜੋ ਰਸਤੇ ਰਾਹੀਂ ਸ਼ਰਨਾਰਥੀ ਕੈਨੇਡਾ ਵਿੱਚ ਦਾਖਲ ਹੁੰਦੇ ਨੇ ਉਸ ਬਾਰੇ ਦੱਸਿਆ। ਇਹ ਗੱਲ ਕਹੀ ਜਾ ਰਹੀ ਹੈ ਕਿ ਹੁਣ ਇੱਕ ਸੂਬੇ ਤੋਂ ਦੂਸਰੀ ਥਾਂ ਦੇ ਉੱਪਰ ਸ਼ਰਨਾਰਥੀਆਂ ਨੂੰ ਰੱਖਿਆ ਜਾਏਗਾ, ਪਰ ਇਹ ਰਸਤਾ ਬੰਦ ਨਹੀਂ ਕੀਤਾ ਜਾਏਗਾ। ਫੈਡਰਲ ਸਰਕਾਰ ਵੱਲੋਂ ਸ਼ਰਨਾਰਥੀਆਂ ਬਾਰੇ ਇੱਕ ਫੈਸਲਾ ਲਿਆ ਗਿਆ ਹੈ। ਜਿਹੜੇ ਸ਼ਰਨਾਰਥੀ ਰੌਕਸਮ ਰੋਡ ਰਾਹੀਂ ਕੈਨੇਡਾ ਵਿੱਚ ਦਾਖਲ ਹੋਣਗੇ, ਉਹਨਾਂ ਨੂੰ ਫੈਡਰਲ ਸਰਕਾਰ ਓਨਟਾਰੀਓ ਭੇਜੇਗੀ। ਸਰਕਾਰ ਵੱਲੋਂ ਇਹ ਕਦਮ ਕਿਊਬਿਕ ਉੱਪਰ ਜੋ ਸ਼ਰਨਾਰਥੀਆਂ ਦਾ ਭਾਰ ਹੈ ਉਸ ਨੂੰ ਘੱਟ ਕਰਨ ਸੰਬੰਧੀ ਚੁੱਕਿਆ ਗਿਆ। ਜਾਣਕਾਰੀ ਮੁਤਾਬਕ ਕਿਊਬਿਕ ਦੇ ਸਰਹੱਦੀ ਲਾਂਘੇ ਤੋਂ ਕੈਨੇਡਾ ਦਾਖਲ ਹੋਣ ਵਾਲੇ ਸ਼ਰਨਾਰਥੀਆਂ ਨੂੰ ਹੁਣ ਓਨਟਾਰੀਓ ਭੇਜਿਆ ਜਾਵੇਗਾ। ਫੈਡਰਲ ਸਰਕਾਰ ਵੱਲੋਂ ਕਿਊਬਿਕ ਸਰਕਾਰ ਦੀ ਦਰਖਾਸਤ ਮੰਨੀ ਗਈ ਹੈ ਤੇ ਰੌਕਸਮ ਰੋਡ ਰਾਹੀਂ ਅਮਰੀਕਾ ਤੋਂ ਕਿਊਬਿਕ ਵਿੱਚ ਦਾਖਲ ਹੋਣ ਵਾਲੇ ਸ਼ਰਨਾਰਥੀ ਜੇ ਉਹਨਾਂ ਦੀ ਇੱਛਾ ਹੋਵੇ ਤਾਂ ਸਿੱਧਾ ਓਨਟਾਰੀਓ ਉਹਨਾਂ ਨੂੰ ਭੇਜਿਆ ਜਾਵੇਗਾ। ਦੱਸ ਦਈਏ ਕਿ ਰੌਕਸਮ ਰੋਡ ਰਾਹੀਂ ਕਿਊਬਿਕ ਪਹੁੰਚ ਕੇ ਰਿਫਿਊਜੀ ਕਲੇਮ ਕਰਨ ਵਾਲੇ ਸ਼ਰਨਾਰਥੀਆਂ ਦੀ ਗਿਣਤੀ ਵਿੱਚ ਰਿਕਾਰਡ ਤੋੜ ਵਾਧਾ ਹੋ ਰਿਹਾ ਹੈ। ਇਸ ਨੂੰ ਧਿਆਨ ਵਿੱਚ ਰੱਖਦਿਆਂ ਸਰਕਾਰ ਨੇ ਕਿਊਬਿਕ ਦਾ ਭਾਰ ਘਟਾਉਣ ਵਾਸਤੇ ਯਤਨ ਕੀਤਾ ਹੈ। ਇਮੀਗ੍ਰੇਸ਼ਨ ਵਿਭਾਗ ਵੱਲੋਂ ਵੀ ਇਸ ਬਾਰੇ ਜਾਣਕਾਰੀ ਸਾਂਝੀ ਕੀਤੀ ਗਈ। ਉਨ੍ਹਾਂ ਦੱਸਿਆ ਕਿ ਵੱਡੀ ਗਿਣਤੀ ਵਿੱਚ ਸ਼ਰਨ ਮੰਗਣ ਵਾਲੇ ਕਿਊਬਿਕ ਵਿੱਚ ਨਹੀਂ ਰਹਿਣਾ ਚਾਹੁੰਦੇ ਸੀ ਤੇ 30 ਜੂਨ ਤੋਂ ਅਜਿਹੇ ਸ਼ਰਨਾਰਥੀਆਂ ਨੂੰ ਓਨਟਾਰੀਓ ਭੇਜਣ ਦਾ ਸਿਲਸਿਲਾ ਸ਼ੁਰੂ ਹੋ ਜਾਵੇਗਾ। ਵਿਭਾਗ ਨੇ ਇਹ ਤਾਂ ਨਹੀਂ ਦੱਸਿਆ ਕਿ ਹਰ ਰੋਜ਼ ਕਿੰਨੀ ਗਿਣਤੀ ਵਿੱਚ ਅਜਿਹੇ ਲੋਕਾਂ ਨੂੰ ਓਨਟਾਰੀਓ ਭੇਜਿਆ ਜਾਵੇਗਾ, ਪਰ ਕਿਹਾ ਹੈ ਕਿ ਕੁਝ ਲੋਕ ਨਾਇਗਰਾ ਫਾਲਜ਼ ਭੇਜੇ ਜਾਣਗੇ। ਇਸ ਤੋਂ ਇਲਾਵਾ IRCC ਦੀ ਸਪੋਕਸਪਰਸਨ ਵੱਲੋਂ ਵੀ ਜਾਣਕਾਰੀ ਸਾਂਝੀ ਕੀਤੀ ਗਈ। ਉਨ੍ਹਾਂ ਵੱਲੋਂ ਇਸ ਸਭ ਬਾਰੇ ਡਿਟੇਲ ਸਾਂਝੀ ਕੀਤੀ ਗਈ ਹੈ। ਜ਼ਿਕਰਯੋਗ ਹੈ ਕਿ ਇਮੀਗ੍ਰੇਸ਼ਨ ਵਿਭਾਗ ਮੁਤਾਬਕ ਸ਼ਰਨਾਰਥੀਆਂ ਦੀ ਰਿਹਾਇਸ਼ ਦਾ ਪ੍ਰਬੰਧ ਕਰਨ ਵਿੱਚ ਸੂਬਾ ਸਰਕਾਰ ਦਾ ਬੋਝ ਘਟਾਉਣ ਵਾਸਤੇ 2017 ਤੋਂ 2020 ਦਰਮਿਆਨ ਫੈਡਰਲ ਸਰਕਾਰ ਨੇ ਕਿਊਬਿਕ ਨੂੰ 500 ਮਿਲੀਅਨ ਤੋਂ ਵੱਧ ਵਿੱਤੀ ਸਹਾਇਤਾ ਦਿੱਤੀ ਸੀ। ਪਿਛਲੇ ਮਹੀਨੇ ਕਿਊਬਿਕ ਦੇ ਪ੍ਰੀਮੀਅਰ ਫੈਡਰਲ ਸਰਕਾਰ ਤੋਂ ਇਹ ਮੰਗ ਕਰਦੇ ਹੋਏ ਦਿਖਾਈ ਦਿੱਤੇ ਕਿ ਬਾਰਡਰ ਕ੍ਰਾਸਿੰਗ ਨੂੰ ਬੰਦ ਕੀਤਾ ਜਾਵੇ। ਉਨ੍ਹਾਂ ਕਿਹਾ ਕਿ ਵੱਡੀ ਗਿਣਤੀ ਵਿੱਚ ਰਿਫਿਊਜੀ ਕਲੇਮ ਦੀਆਂ ਅਰਜ਼ੀਆਂ ਪ੍ਰੋਸੈਸਿੰਗ ਵਿੱਚ ਹਨ ਤੇ ਸੂਬੇ ਕੋਲ ਹੋਰ ਸ਼ਰਨਾਰਥੀਆਂ ਦੀ ਸਾਂਭ ਸੰਭਾਲ ਦੀ ਗੁੰਜਾਇਸ਼ ਨਹੀਂ ਹੈ। ਪ੍ਰਧਾਨ ਮੰਤਰੀ ਜਸਟਿਨ ਟਰੂਡੋ ਵੱਲੋਂ ਕਿਹਾ ਗਿਆ ਸੀ ਕਿ ਇਸ ਸਰਹੱਦੀ ਲਾਂਘੇ ਨੂੰ ਬੰਦ ਕਰਨ ਨਾਲ ਸ਼ਰਨਾਰਥੀ ਜਿਹੜੇ ਇੱਥੇ ਆਉਂਦੇ ਨੇ ਉਹਨਾਂ ਦੀ ਗਿਣਤੀ ਘੱਟ ਨਹੀਂ ਹੋਵੇਗੀ। ਦੱਸ ਦਈਏ ਕਿ ਇਸ ਸਾਲ ਜਨਵਰੀ ਤੋਂ ਮਈ ਦੇ ਦਰਮਿਆਨ ਇਸ ਲਾਂਘੇ ਰਾਹੀਂ 13,000 ਤੋਂ ਵੱਧ ਪ੍ਰਵਾਸੀ ਕੈਨੇਡਾ ਵਿੱਚ ਆ ਚੁੱਕੇ ਨੇ। ਹੁਣ ਆਉਂਦੇ ਹਫ਼ਤਿਆਂ ਵਿੱਚ ਸਰਵਿਸ ਰੋਡ ਤੇ ਨਵੇਂ ਟ੍ਰੇਲਰ ਇੰਸਟਾਲ ਕੀਤੇ ਜਾਣਗੇ, ਜਿਸ ਨਾਲ ਮੌਜੂਦ 300 ਪ੍ਰਵਾਸੀਆਂ ਦੀ ਤੁਲਨਾ ਵਿੱਚ ਕਰੀਬ 500 ਪ੍ਰਵਾਸੀਆਂ ਦੀ ਵਿਵਸਥਾ ਕੀਤੀ ਜਾ ਸਕੇਗੀ। ਕਲੀਨ ਸ਼ੇਵ ਨਿਯਮ ਕਾਰਨ 100 ਸਿੱਖ ਸਿਕਿਉਰਿਟੀ ਗਾਰਡ ਦੀ ਨੌਕਰੀ ਜਾਣ ਦਾ ਮਾਮਲਾ ਸਾਹਮਣੇ ਆਇਆ, ਜਿਸ ਤੋਂ ਬਾਅਦ ਇਹ ਮਾਮਲਾ ਕਾਫੀ ਜ਼ਿਆਦਾ ਭਖਿਆ। ਕਾਰਵਾਈ ਕਰਦਿਆਂ ਸਿਟੀ ਆਫ ਟੋਰਾਂਟੋ ਵੱਲੋਂ ਇਸ ਸੰਬੰਧ ਵਿੱਚ ਮੁਆਫੀ ਵੀ ਮੰਗੀ ਗਈ। ਉਹਨਾਂ ਵੱਲੋਂ ਮੁੜ ਤੋਂ ਇਹਨਾਂ ਸਿੱਖ ਸਿਕਿਉਰਿਟੀ ਗਾਰਡ ਨੂੰ ਕੰਮ ਤੇ ਬੁਲਾਉਣ ਦੇ ਬਾਰੇ ਆਦੇਸ਼ ਵੀ ਜਾਰੀ ਕਰ ਦਿੱਤੇ ਗਏ। ਇਹ ਮੁੱਦਾ ਕਾਫੀ ਜ਼ਿਆਦਾ ਚਰਚਾ ਦਾ ਵਿਸ਼ਾ ਬਣਿਆ ਹੋਇਆ ਸੀ। ਸਿਟੀ ਆਫ ਟੋਰਾਂਟੋ ਵੱਲੋਂ ਜੋ ਨਵਾਂ ਨਿਯਮ ਲਿਆਂਦਾ ਗਿਆ, ਉਸ ਤੋਂ ਬਾਅਦ 100 ਸਿੱਖ ਸਿਕਿਉਰਿਟੀ ਗਾਰਡਸ ਨੂੰ ਨੌਕਰੀ ਤੋਂ ਹਟਾਇਆ ਗਿਆ। ਇਹ ਮਾਮਲਾ ਸਾਹਮਣੇ ਆਉਣ ਤੋਂ ਬਾਅਦ NDP ਲੀਡਰ ਜਗਮੀਤ ਸਿੰਘ ਨੇ ਵੀ ਇਸ ਖਿਲਾਫ ਆਵਾਜ਼ ਬੁਲੰਦ ਕੀਤੀ। ਤਾਜ਼ਾ ਜਾਣਕਾਰੀ ਵਿੱਚ ਦੱਸਿਆ ਗਿਆ ਹੈ ਕਿ ਕਲੀਨ ਸ਼ੇਵ ਨਿਯਮ ਕਰਕੇ ਨੌਕਰੀ ਤੋਂ ਹਟਾਏ ਗਏ ਸਿੱਖ ਸਿਕਿਉਰਿਟੀ ਗਾਰਡਾਂ ਨੂੰ ਹੁਣ ਮੁੜ ਨਿਯੁਕਤ ਕਰਨ ਦੇ ਆਦੇਸ਼ ਜਾਰੀ ਕਰ ਦਿੱਤੇ ਗਏ ਨੇ। ਸਿਟੀ ਆਫ ਟੋਰਾਂਟੋ ਵੱਲੋਂ ਜਿਹੜਾ ਫੈਸਲਾ ਲਿਆ ਗਿਆ ਸੀ, ਉਸ ਤੋਂ ਬਾਅਦ ਵੱਡੇ ਪੱਧਰ ਤੇ ਇਸ ਦਾ ਵਿਰੋਧ ਦੇਖਣ ਨੂੰ ਮਿਲਿਆ। ਸਿਟੀ ਆਫ ਟੋਰਾਂਟੋ ਵੱਲੋਂ ਕੰਟਰੈਕਟਰਸ ਨੂੰ ਨਿਰਦੇਸ਼ ਜਾਰੀ ਕੀਤੇ ਜਾ ਰਹੇ ਹਨ ਕਿ ਕਲੀਨ ਸ਼ੇਵ ਨਿਯਮ ਕਰਕੇ ਜਿਹੜੇ ਵੀ ਸਿੱਖ ਸਿਕਿਉਰਿਟੀ ਗਾਰਡਾਂ ਦੀ ਨੌਕਰੀ ਖਤਮ ਕੀਤੀ ਗਈ ਹੈ, ਉਹਨਾਂ ਨੂੰ ਮੁੜ ਨਿਯੁਕਤ ਕੀਤਾ ਜਾਵੇ। ਵਰਲਡ ਸਿੱਖ ਆਰਗੇਨਾਈਜੇਸ਼ਨ ਵੱਲੋਂ ਵੀ ਇਸ ਬਾਰੇ ਸ਼ਿਕਾਇਤ ਕੀਤੀ ਗਈ ਕਿ ਧਾਰਮਿਕ ਕਾਰਨਾਂ ਕਰਕੇ ਦਾੜੀ ਰੱਖਣ ਵਾਲੇ ਮੁਲਾਜ਼ਮਾਂ ਨੂੰ ਟੋਰਾਂਟੋ ਸਿਟੀ ਦੇ ਸਿਕਿਉਰਿਟੀ ਗਾਰਡ ਕੰਟਰੈਕਟਰ ਬਣਦੀ ਵਿਵਸਥਾ ਨਹੀਂ ਕਰ ਰਹੇ, ਜੋ ਕਿ N95 ਮਾਸਕ ਨਹੀਂ ਪਹਿਨ ਸਕਦੇ। ਪਬਲਿਕ ਹੈਲਥ ਦੀ ਸ਼ਰਤ ਮੁਤਾਬਕ ਕੋਵਿਡ ਆਊਟਬ੍ਰੇਕ ਨਾਲ ਜੂਝ ਰਹੇ ਹੋਮਲੈਸ ਸ਼ੈਲਟਰਸ ਵਿੱਚ ਕੰਮ ਕਰਨ ਵਾਲੇ ਸਿਕਿਉਰਿਟੀ ਗਾਰਡਸ ਨੂੰ N95 ਮਾਸਕ ਪਹਿਨਣਾ ਜ਼ਰੂਰੀ ਹੈ। ਸੋਮਵਾਰ ਨੂੰ ਇਸ ਬਾਰੇ ਇੱਕ ਰਿਲੀਜ਼ ਜਾਰੀ ਕੀਤੀ ਗਈ, ਜਿਸ ਵਿੱਚ ਸਿਟੀ ਨੇ ਦੱਸਿਆ ਕਿ ਕੰਟਰੈਕਟਰਾਂ ਨੂੰ ਨਿਰਦੇਸ਼ ਜਾਰੀ ਕੀਤੇ ਗਏ ਹਨ ਕਿ ਉਹ ਧਾਰਮਿਕ ਆਧਾਰ ਤੇ ਨਿਯਮਾਂ ਤੋਂ ਛੋਟ ਲੈਣ ਵਾਲੇ ਮੁਲਾਜ਼ਮਾਂ ਦੀ ਅਰਜ਼ੀ ਸਵੀਕਾਰ ਕਰਨ ਅਤੇ ਨੌਕਰੀ ਤੋਂ ਹਟਾਏ ਗਏ ਮੁਲਾਜ਼ਮਾਂ ਨੂੰ ਤੁਰੰਤ ਬਹਾਲ ਕੀਤਾ ਜਾਵੇ। ਸਿਟੀ ਵੱਲੋਂ ਦੱਸਿਆ ਗਿਆ ਕਿ ਜਾਂਚ ਦੌਰਾਨ ਸਿਟੀ ਪ੍ਰਸ਼ਾਸਨ ਕਾਨੂੰਨੀ ਆਪਸ਼ਨ ਦੀ ਤਲਾਸ਼ ਕਰੇਗਾ, ਜਿਸ ਵਿੱਚ ਕਿਸੇ ਕੰਟਰੈਕਟਰ ਦੇ ਸਿਟੀ ਦੀ ਨੀਤੀ ਜਾਂ ਮਨੁੱਖੀ ਅਧਿਕਾਰ ਕਾਨੂੰਨ ਦੀ ਉਲੰਘਣਾ ਪਾਈ ਜਾਣ ਤੇ ਕੰਟਰੈਕਟ ਰੱਦ ਵੀ ਹੋ ਸਕਦਾ ਹੈ। ਇਹ ਮਾਮਲਾ ਸਾਹਮਣੇ ਆਉਣ ਤੋਂ ਬਾਅਦ ਵਰਲਡ ਸਿੱਖ ਆਰਗੇਨਾਈਜੇਸ਼ਨ ਵੱਲੋਂ ਮੰਗ ਕੀਤੀ ਗਈ ਕਿ ਇਸ ਤਰ੍ਹਾਂ ਦੇ ਨਿਯਮ ਬਦਲੇ ਜਾਣ।
ਜੀ ਹਾਂ, ਵਰਲਡ ਸਿੱਖ ਆਰਗੇਨਾਈਜੇਸ਼ਨ ਵੱਲੋਂ ਦੱਸਿਆ ਗਿਆ ਕਿ ਕੁਝ ਥਾਵਾਂ ਉੱਪਰ ਸਿਕਿਉਰਿਟੀ ਗਾਰਡਸ ਵਾਸਤੇ ਕਲੀਨ ਸ਼ੇਵ ਹੋਣਾ ਇਸ ਨੂੰ ਜ਼ਰੂਰੀ ਕਰਨਾ ਪੱਖਪਾਤੀ ਨਿਯਮ ਹੈ ਅਤੇ ਸੰਸਥਾ ਵੱਲੋਂ ਸਿਟੀ ਨੂੰ ਇਹ ਨਿਯਮ ਬਦਲਣ ਦੀ ਮੰਗ ਕੀਤੀ ਗਈ ਹੈ। ਆਰਗੇਨਾਈਜੇਸ਼ਨ ਨੇ ਸਿਟੀ ਨੂੰ ਮੰਗ ਕੀਤੀ ਕਿ ਉਹ ਆਪਣੇ ਕੰਟਰੈਕਟਰਸ ਨੂੰ ਆਦੇਸ਼ ਦੇਣ ਕਿ ਉਹ ਕਲੀਨ ਸ਼ੇਵ ਨਿਯਮਾਂ ਕਰਕੇ ਨੌਕਰੀ ਤੋਂ ਹਟਾਏ ਗਏ ਸਿੱਖ ਗਾਰਡਾਂ ਨੂੰ ਤੁਰੰਤ ਨੌਕਰੀ ਤੇ ਵਾਪਸ ਬੁਲਾਉਣ ਤੇ ਉਹਨਾਂ ਨੂੰ ਮੁਆਵਜ਼ਾ ਵੀ ਦਿੱਤਾ ਜਾਵੇ। ਨਸ਼ੇ ਸੰਬੰਧੀ ਪੁਲਿਸ ਵੱਲੋਂ ਵੱਡੀ ਕਾਰਵਾਈ ਕੀਤੀ ਗਈ। ਉਹਨਾਂ ਵੱਲੋਂ $24 ਮਿਲੀਅਨ ਦਾ ਨਸ਼ਾ ਤੇ ਨਕਦੀ ਬਰਾਮਦ ਕੀਤੀ ਗਈ। ਇਸ ਸੰਬੰਧੀ 5 ਜਾਣਿਆਂ ਤੇ ਕਾਰਵਾਈ ਕੀਤੀ ਗਈ। 5 ਜਾਣਿਆਂ ਦੀ ਪਹਿਚਾਣ ਜਨਤਕ ਨਹੀਂ ਕੀਤੀ ਪਰ ਇਹਨਾਂ ਉੱਪਰ ਚਾਰजेस ਲਗਾਏ ਗਏ। ਓਨਟਾਰੀਓ ਸੂਬੇ ਤੋਂ ਜਾਣਕਾਰੀ ਸਾਹਮਣੇ ਆ ਰਹੀ ਹੈ ਜਿੱਥੇ ਵੱਡੀ ਮਾਤਰਾ ਵਿੱਚ ਨਸ਼ਾ ਬਰਾਮਦ ਕੀਤਾ ਗਿਆ। ਆਰਸੀਐਮਪੀ ਦੇ ਦੱਸਣ ਮੁਤਾਬਕ ਮਨੀ ਲਾਂਡਰਿੰਗ ਮਾਮਲੇ ਦੀ ਜਾਂਚ ਉਹਨਾਂ ਵੱਲੋਂ ਕੀਤੀ ਜਾ ਰਹੀ ਸੀ, ਜਿਸ ਵੇਲੇ ਉਹਨਾਂ ਨੂੰ $24 ਮਿਲੀਅਨ ਦੀ ਕੈਨੇਬੀਜ਼ ਤੇ ਨਕਦੀ ਬਰਾਮਦ ਹੋਈ ਹੈ। ਪੁਲਿਸ ਦੇ ਦੱਸਣ ਮੁਤਾਬਕ ਇਸ ਮਾਮਲੇ ਦੇ ਸੰਬੰਧ ਵਿੱਚ ਉਹਨਾਂ ਵੱਲੋਂ 5 ਲੋਕਾਂ ਨੂੰ ਚਾਰਜ ਕੀਤਾ ਗਿਆ, ਜਿਨ੍ਹਾਂ ਉੱਪਰ ਡਰੱਗ ਟ੍ਰੈਫਿਕਿੰਗ ਅਤੇ ਮਨੀ ਲਾਂਡਰਿੰਗ ਦੇ ਮਾਮਲੇ ਵਿੱਚ ਚਾਰजेस ਲਗਾਏ ਗਏ ਨੇ। ਪੁਲਿਸ ਦੇ ਦੱਸਣ ਮੁਤਾਬਕ ਉਹਨਾਂ ਵੱਲੋਂ 4 ਸਾਲਾਂ ਤੋਂ ਗ੍ਰੇਟਰ ਟੋਰਾਂਟੋ ਹੈਮਿਲਟਨ ਏਰੀਆ ਤੇ ਨਾਇਗਰਾ ਰੀਜਨ ਵਿੱਚ ਜਾਂਚ ਪੜਤਾਲ ਕੀਤੀ ਜਾ ਰਹੀ ਸੀ। ਹੈਮਿਲਟਨ ਨਾਇਗਰਾ ਆਰਸੀਐਮਪੀ ਵੱਲੋਂ ਜੋ ਜਾਣਕਾਰੀ ਦਿੱਤੀ ਗਈ ਉਸ ਵਿੱਚ ਦੱਸਿਆ ਗਿਆ ਕਿ 30,000 ਉਹਨਾਂ ਵੱਲੋਂ ਕੈਨੇਬੀਜ਼ ਪਲਾਂਟ ਹਾਸਲ ਕੀਤੇ ਗਏ ਨੇ। ਇਸ ਤੋਂ ਇਲਾਵਾ ਉਹਨਾਂ ਦੇ ਹੱਥ $1 ਮਿਲੀਅਨ ਨਕਦੀ ਵੀ ਲੱਗੀ ਹੈ। ਇਹ ਬਰਾਮਦਗੀ ਉਹਨਾਂ ਵੱਲੋਂ 3 ਗ੍ਰੇਟਰ ਟੋਰਾਂਟੋ ਏਰੀਆ ਦੇ ਘਰਾਂ ਤੋਂ ਕੀਤੀ ਗਈ ਹੈ। ਪੁਲਿਸ ਵੱਲੋਂ ਸਾਂਝੀ ਕੀਤੀ ਗਈ ਜਾਣਕਾਰੀ ਮੁਤਾਬਕ 2017 ਵਿੱਚ ਜੋ ਇਸ ਤਰ੍ਹਾਂ ਦਾ ਮਾਮਲਾ ਸਾਹਮਣੇ ਆਇਆ ਸੀ, ਉਸ ਤੋਂ ਬਾਅਦ ਹੀ ਉਹਨਾਂ ਵੱਲੋਂ ਜਾਂਚ ਪੜਤਾਲ ਸ਼ੁਰੂ ਕਰ ਦਿੱਤੀ ਗਈ। ਇਸ ਦੌਰਾਨ ਉਹਨਾਂ ਹੱਥ 8,000 ਪਾਊਂਡ ਕੈਨੇਬੀਜ਼ ਲੱਗੀ ਸੀ। ਆਫੀਸਰਸ ਦਾ ਕਹਿਣਾ ਹੈ ਕਿ 5 ਲੋਕਾਂ ਉੱਪਰ ਉਹਨਾਂ ਵੱਲੋਂ ਕਾਰਵਾਈ ਕੀਤੀ ਗਈ ਹੈ ਜੋ ਇਸ ਤਰ੍ਹਾਂ ਦੇ ਮਾਮਲੇ ਨੂੰ ਅੰਜਾਮ ਦੇ ਰਹੇ ਸਨ। ਫਿਲਹਾਲ ਜਿਨ੍ਹਾਂ ਉੱਪਰ ਕਾਰਵਾਈ ਕੀਤੀ ਗਈ ਹੈ ਉਹਨਾਂ ਦੇ ਨਾਮ ਅਜੇ ਤੱਕ ਜਨਤਕ ਨਹੀਂ ਕੀਤੇ ਗਏ, ਪਰ ਇਹ ਜ਼ਰੂਰ ਸਪਸ਼ਟ ਕੀਤਾ ਗਿਆ ਹੈ ਕਿ ਇਹਨਾਂ ਉੱਪਰ ਕਈ ਤਰ੍ਹਾਂ ਦੇ ਚਾਰजेस ਲਗਾਏ ਜਾ ਚੁੱਕੇ ਨੇ। ਹੁਣ ਇਸ ਮਾਮਲੇ ਦੇ ਸੰਬੰਧ ਵਿੱਚ ਵਧੇਰੇ ਜਾਂਚ ਪੜਤਾਲ ਕੀਤੀ ਜਾ ਰਹੀ ਹੈ, ਜਿਸ ਤੋਂ ਬਾਅਦ ਬਾਕੀ ਦੀ ਜਾਣਕਾਰੀ ਸਾਂਝੀ ਕੀਤੀ ਜਾਵੇਗੀ। ਘਰਾਂ ਦੀ ਕੀਮਤ ਪਹਿਲਾਂ ਦੇ ਮੁਕਾਬਲੇ ਹੇਠਾਂ ਆਈ, ਪਰ ਫਿਰ ਵੀ ਲੋਕ ਘਰ ਜ਼ਿਆਦਾ ਨਹੀਂ ਖਰੀਦ ਰਹੇ। ਇੱਕ ਵੇਲਾ ਸੀ ਜਦੋਂ ਘਰਾਂ ਦੀ ਕੀਮਤ ਆਸਮਾਨ ਛੂ ਰਹੀ ਸੀ, ਪਰ ਬਹੁਤ ਸਾਰੇ ਲੋਕਾਂ ਵੱਲੋਂ ਘਰ ਖਰੀਦੇ ਜਾ ਰਹੇ ਸਨ। ਪਰ ਹੁਣ ਇੰਟਰਸਟ ਰੇਟ ਵਿੱਚ ਜਿਹੜਾ ਵਾਧਾ ਹੋਇਆ ਉਸ ਤੋਂ ਬਾਅਦ ਘਰਾਂ ਦੀ ਸੇਲ ਵੀ ਹੇਠਾਂ ਆਈ ਤੇ ਇਸ ਦੀ ਕੀਮਤ ਵਿੱਚ ਵੀ ਗਿਰਾਵਟ ਦਰਜ ਕੀਤੀ ਜਾ ਰਹੀ ਹੈ। ਘਰਾਂ ਦੀ ਸੇਲ ਬਾਰੇ ਤਾਜ਼ਾ ਖਬਰ ਸਾਹਮਣੇ ਆਈ ਹੈ, ਜਿਸ ਵਿੱਚ ਪਤਾ ਚੱਲਿਆ ਹੈ ਕਿ ਇੱਕ ਵਾਰ ਫਿਰ ਤੋਂ ਘਰਾਂ ਦੀ ਸੇਲ ਅੰਦਰ ਗਿਰਾਵਟ ਦਰਜ ਕੀਤੀ ਗਈ। ਇਹ ਜਾਣਕਾਰੀ ਟੋਰਾਂਟੋ ਨਾਲ ਜੁੜੀ ਹੋਈ ਸਾਹਮਣੇ ਆਈ ਹੈ, ਜਿੱਥੇ ਪਤਾ ਚੱਲਿਆ ਹੈ ਕਿ ਟੋਰਾਂਟੋ ਦੀ ਹਾਊਸਿੰਗ ਮਾਰਕੀਟ ਪਹਿਲਾਂ ਦੇ ਮੁਕਾਬਲੇ ਸਲੋ ਹੋਈ ਹੈ। ਫਰਵਰੀ ਤੋਂ ਬਾਅਦ ਘਰਾਂ ਦੀ ਕੀਮਤ ਵਿੱਚ ਵੀ 14% ਦੀ ਗਿਰਾਵਟ ਇੱਥੇ ਦਰਜ ਕੀਤੀ ਗਈ। ਇਸ ਬਾਰੇ ਜਿਹੜੇ ਨਵੇਂ ਅੰਕੜੇ ਸਾਹਮਣੇ ਆਏ ਨੇ ਉਹਨਾਂ ਮੁਤਾਬਕ ਕੈਨੇਡਾ ਦੇ ਸਭ ਤੋਂ ਵੱਡੇ ਸ਼ਹਿਰ ਵਿੱਚ ਪਿਛਲੇ 1 ਸਾਲ ਦੇ ਮੁਕਾਬਲੇ ਜੂਨ ਮਹੀਨੇ ਘਰਾਂ ਦੀ ਸੇਲ ਅੱਧੀ ਦਰਜ ਕੀਤੀ ਗਈ। ਟੋਰਾਂਟੋ ਰੀਜਨ ਰੀਅਲ ਏਸਟੇਟ ਬੋਰਡ ਵੱਲੋਂ ਜਾਣਕਾਰੀ ਸਾਂਝੀ ਕਰਦਿਆਂ ਦੱਸਿਆ ਕਿ ਪਿਛਲੇ ਮਹੀਨੇ GTA ਵਿੱਚ 6,474 ਘਰ ਵੇਚੇ ਗਏ, ਜੋ ਕਿ ਪਿਛਲੇ ਸਾਲ ਜੂਨ ਦੀ ਤੁਲਨਾ ਵਿੱਚ 41% ਘੱਟ ਦੱਸੇ ਗਏ ਨੇ। ਕੈਨੇਡਾ ਦੇ ਹੋਰ ਸ਼ਹਿਰਾਂ ਵਾਂਗ ਹੀ ਪੈਂਡੈਮਿਕ ਦੌਰਾਨ ਟੋਰਾਂਟੋ ਅਤੇ ਇਸ ਦੇ ਨਾਲ ਲੱਗਦੇ ਇਲਾਕਿਆਂ ਵਿੱਚ ਘਰਾਂ ਦੀ ਕੀਮਤ ਕਾਫੀ ਜ਼ਿਆਦਾ ਵੱਧ ਦਰਜ ਕੀਤੀ ਗਈ। ਉਸ ਵੇਲੇ ਘਰਾਂ ਦੀਆਂ ਕੀਮਤਾਂ ਅਸਮਾਨ ਛੂ ਰਹੀਆਂ ਸਨ, ਕਿਉਂਕਿ ਵਿਆਜ ਦਰਾਂ ਵਿੱਚ ਕਮੀ ਕਾਰਨ ਲੋਕਾਂ ਨੂੰ ਸਸਤਾ ਕਰਜ਼ਾ ਮੁਹੱਈਆ ਹੋਇਆ। ਪਰ ਮਾਰਚ ਮਹੀਨੇ ਬੈਂਕ ਆਫ ਕੈਨੇਡਾ ਵੱਲੋਂ ਆਪਣੀਆਂ ਵਿਆਜ ਦਰਾਂ ਵਿੱਚ ਵਾਧਾ ਕਰਨ ਦਾ ਸਿਲਸਿਲਾ ਸ਼ੁਰੂ ਕੀਤਾ, ਜਿਸ ਦੇ ਨਤੀਜੇ ਵਜੋਂ ਘਰਾਂ ਦੀ ਸੇਲ ਹੁਣ ਘੱਟ ਹੋ ਰਹੀ ਹੈ। ਵਿਆਜ ਦਰਾਂ ਵਿੱਚ ਵਾਧੇ ਦਾ ਅਸਰ ਘਰਾਂ ਦੀ ਸੇਲ ਅਤੇ ਕੀਮਤ ਦੇ ਉੱਪਰ ਤੁਰੰਤ ਪੈਂਦਾ ਹੋਇਆ ਦਿਖਾਈ ਦਿੱਤਾ। ਇਸ ਸਭ ਬਾਰੇ ਟੋਰਾਂਟੋ ਰੀਜਨ ਰੀਅਲ ਏਸਟੇਟ ਬੋਰਡ ਦੇ ਪ੍ਰੈਜ਼ੀਡੈਂਟ ਵੱਲੋਂ ਜਾਣਕਾਰੀ ਸਾਂਝੀ ਕੀਤੀ ਗਈ। ਉਹਨਾਂ ਦੱਸਿਆ ਕਿ ਘਰਾਂ ਦੀ ਸੇਲ ਵਿੱਚ ਕਮੀ ਦਾ ਇੱਕ ਕਾਰਨ ਤਾਂ ਇਹ ਹੈ ਕਿ ਵਿਆਜ ਦਰਾਂ ਵਿੱਚ ਵਾਧਾ ਕੀਤਾ, ਜਿਸ ਕਾਰਨ ਮਾਰਗੇਜ ਦਰ ਵੱਧ ਗਈ ਹੈ। ਦੂਸਰਾ ਕਾਰਨ ਉਹਨਾਂ ਵੱਲੋਂ ਮਨੋਵਿਗਿਆਨਿਕ ਕਾਰਨ ਦੱਸਿਆ ਗਿਆ, ਜਿਸ ਦਾ ਮਤਲਬ ਹੈ ਕਿ ਮਾਰਗੇਜ ਵਧਣ ਕਰਕੇ ਹੁਣ ਨਵੇਂ ਖਰੀਦਦਾਰਾਂ ਦੇ ਘਰ ਲੈਣ ਦੇ ਫੈਸਲੇ ਨੂੰ ਥੋੜਾ ਲਟਕਾ ਦਿੱਤਾ ਹੈ ਅਤੇ ਉਹ ਇਹ ਦੇਖ ਰਹੇ ਨੇ ਕਿ ਕੀਮਤਾਂ ਹੋਰ ਹੇਠਾਂ ਆ ਸਕਦੀਆਂ ਨੇ। ਇਸ ਤੋਂ ਇਲਾਵਾ ਘਰਾਂ ਦੀ ਕੀਮਤ ਵਿੱਚ ਵੀ ਗਿਰਾਵਟ ਦਰਜ ਕੀਤੀ ਗਈ। ਜੂਨ ਵਿੱਚ ਜਿਹੜੇ ਘਰ ਵੇਚੇ ਗਏ ਉਹਨਾਂ ਦੀ ਔਸਤ ਕੀਮਤ 11,46,254 ਦਰਜ ਕੀਤੀ ਗਈ, ਜਿਸ ਵਿੱਚ ਪਹਿਲਾਂ ਦੇ ਮੁਕਾਬਲੇ ਗਿਰਾਵਟ ਦਰਜ ਕੀਤੀ ਗਈ, ਕਿਉਂਕਿ ਇੱਕ ਵੇਲਾ ਸੀ ਜਦੋਂ ਘਰਾਂ ਦੀਆਂ ਕੀਮਤਾਂ ਅਸਮਾਨ ਛੂ ਰਹੀਆਂ ਸਨ।
ਘਰਾਂ ਦੀ ਘੱਟ ਕੀਮਤ ਨਵੇਂ ਖਰੀਦਦਾਰਾਂ ਵਾਸਤੇ ਚੰਗੀ ਖਬਰ ਹੈ, ਪਰ ਇਸ ਦਾ ਮਤਲਬ ਇਹ ਨਹੀਂ ਕਿ ਘਰ ਖਰੀਦਣਾ ਹੁਣ ਕਿਫਾਇਤੀ ਸੌਦਾ ਹੋ ਗਿਆ ਹੈ। 에ਅਰ ਕੈਨੇਡਾ ਵੱਲੋਂ ਇੱਕ ਤਾਜ਼ਾ ਐਲਾਨ ਕੀਤਾ ਗਿਆ, ਜਿਸ ਵਿੱਚ ਉਹਨਾਂ ਨੇ ਪਾਲਤੂ ਜਾਨਵਰਾਂ ਦੇ ਨਿਯਮ ਵਿੱਚ ਬਦਲਾਅ ਕੀਤਾ ਹੈ। ਦੱਸਿਆ ਗਿਆ ਹੈ ਕਿ ਕਿਸ ਤਰ੍ਹਾਂ ਤੁਸੀਂ ਪਾਲਤੂ ਜਾਨਵਰਾਂ ਨੂੰ ਲੈ ਕੇ ਜਾ ਸਕਦੇ ਹੋ। ਜ਼ਿਆਦਾਤਰ ਉਹਨਾਂ ਵੱਲੋਂ ਰੋਕ ਲਗਾ ਦਿੱਤੀ ਗਈ ਹੈ। ਇਸ ਬਾਰੇ ਕੀ ਹੈ ਪੂਰੀ ਜਾਣਕਾਰੀ ਤੁਹਾਨੂੰ ਦੱਸਾਂਗੇ ਇਸ ਖਬਰ ਵਿੱਚ। ਹੁਣ ਉਡਾਨ ਰਾਹੀਂ ਪਾਲਤੂ ਜਾਨਵਰ ਕੈਨੇਡਾ ਨਹੀਂ ਲਿਜਾਏ ਜਾ ਸਕਣਗੇ। ਇਹ ਫੈਸਲਾ 에ਅਰ ਕੈਨੇਡਾ ਵੱਲੋਂ ਲਿਆ ਗਿਆ, ਜਿੱਥੇ ਦੱਸਿਆ ਹੈ ਕਿ ਕਾਰਗੋ ਵਿੱਚ ਪਾਲਤੂ ਜਾਨਵਰਾਂ ਦੇ ਸਫ਼ਰ ਤੇ ਹੁਣ ਮੱਧ ਸਤੰਬਰ ਤੱਕ ਪਾਬੰਦੀ ਲਗਾਈ ਗਈ ਹੈ। ਇਸ ਤੋਂ ਇਲਾਵਾ ਛੋਟੇ ਜਾਨਵਰਾਂ ਨੂੰ ਕੈਬਨ ਵਿੱਚ ਅਜੇ ਵੀ ਲੈ ਕੇ ਜਾਣ ਦੀ ਪਰਮਿਸ਼ਨ ਹੈ। ਸਿਰਫ ਨਵੀਆਂ ਅਰਜ਼ੀਆਂ ਤੇ ਹੀ ਪਾਬੰਦੀ ਲਾਗੂ ਕੀਤੀ ਗਈ ਹੈ। ਤਾਜ਼ਾ ਜਾਣਕਾਰੀ ਮੁਤਾਬਕ 에ਅਰ ਕੈਨੇਡਾ ਨੇ ਬੈਗੇਜ ਕੰਪਾਰਟਮੈਂਟ ਵਿੱਚ ਪਾਲਤੂ ਜਾਨਵਰਾਂ ਨੂੰ ਲਿਜਾਣ ਦੀਆਂ ਨਵੀਆਂ ਅਰਜ਼ੀਆਂ ਤੇ 12 ਸਤੰਬਰ ਤੱਕ ਰੋਕ ਲਗਾ ਦਿੱਤੀ ਹੈ। ਦੇਸ਼ ਦੇ ਅਹਿਮ ਹਵਾਈ ਅੱਡਿਆਂ ਉੱਪਰ ਯਾਤਰਾ ਵਿੱਚ ਜੋ ਦੇਰੀ ਹੋ ਰਹੀ ਹੈ ਅਤੇ ਉਡਾਨਾਂ ਦੇ ਰੱਦ ਹੋਣ ਵਰਗੇ ਮਸਲਿਆਂ ਦੇ ਮੱਦੇਨਜ਼ਰ 에ਅਰਲਾਈਨ ਵੱਲੋਂ ਇਹ ਫੈਸਲਾ ਲਿਆ ਗਿਆ। ਉਨ੍ਹਾਂ ਦੱਸਿਆ ਕਿ ਛੋਟੇ ਜਾਨਵਰਾਂ ਨੂੰ ਕੈਬਨ ਵਿੱਚ ਲਿਜਾਣ ਦੀ ਅਜੇ ਵੀ ਪਰਮਿਸ਼ਨ ਹੋਵੇਗੀ, ਪਰ ਸ਼ਰਤ ਹੈ ਕਿ ਉਹ ਅਗਲੀ ਸਵਾਰੀ ਦੀ ਸੀਟ ਦੇ ਹੇਠਾਂ ਪਾਲਤੂ ਜਾਨਵਰਾਂ ਵਾਲੇ ਕੈਰੀਅਰ ਅੰਦਰ ਫਿੱਟ ਹੋ ਸਕਣ। ਘਰੇਲੂ ਅਤੇ US ਯਾਤਰਾ ਦੌਰਾਨ ਕੈਬਨ ਵਿੱਚ ਪਾਲਤੂ ਜਾਨਵਰ ਲੈ ਕੇ ਜਾਣ ਲਈ $50 ਦਾ ਕਿਰਾਇਆ ਹੋਵੇਗਾ ਤੇ ਅੰਤਰਰਾਸ਼ਟਰੀ ਯਾਤਰਾ ਦੌਰਾਨ ਇਹ ਵਾਧੂ ਕਿਰਾਇਆ $100 ਹੋਵੇਗਾ। ਇਸ ਬਾਰੇ 에ਅਰ ਕੈਨੇਡਾ ਵੱਲੋਂ ਜਾਣਕਾਰੀ ਸਾਂਝੀ ਕਰਦਿਆਂ ਦੱਸਿਆ ਗਿਆ ਕਿ ਬੈਗੇਜ ਕੰਪਾਰਟਮੈਂਟ ਵਿੱਚ ਜਾਨਵਰਾਂ ਨੂੰ ਲਿਜਾਣ ਦੀਆਂ ਨਵੀਆਂ ਅਰਜ਼ੀਆਂ ਰੋਕੀਆਂ ਗਈਆਂ ਨੇ ਤੇ ਮੌਜੂਦਾ ਬੁਕਿੰਗਸ ਇਸ ਨਾਲ ਪ੍ਰਭਾਵਿਤ ਨਹੀਂ ਹੋਣਗੀਆਂ। 에ਅਰ ਕੈਨੇਡਾ ਦੇ ਸਪੋਕਸਪਰਸਨ ਵੱਲੋਂ ਜਾਣਕਾਰੀ ਦਿੱਤੀ ਗਈ ਕਿ ਸਾਲ ਦੇ ਕੁਝ ਖਾਸ ਦਿਨ, ਖਾਸ ਤੌਰ ਤੇ ਗਰਮੀ ਦੇ ਮੌਸਮ ਵਿੱਚ ਜਹਾਜ਼ ਦੇ ਕਾਰਗੋ ਏਰੀਆ ਵਿੱਚ ਜਾਨਵਰਾਂ ਦੀ ਯਾਤਰਾ ਰੋਕ ਦਿੱਤੀ ਜਾਂਦੀ ਹੈ। ਕੰਪਨੀ ਨੇ ਨਹੀਂ ਦੱਸਿਆ ਕਿ ਕਿਹੜੇ ਹਾਲਾਤਾਂ ਵਿੱਚ ਇਹ ਬੈਨ ਹਟਾਇਆ ਜਾ ਸਕਦਾ ਹੈ। ਕੰਪਨੀ ਨੇ ਇਸ ਬਾਰੇ ਵੀ ਕੋਈ ਜਾਣਕਾਰੀ ਪ੍ਰਦਾਨ ਨਹੀਂ ਕੀਤੀ ਕਿ 에ਅਰਪੋਰਟਸ ਤੇ ਜੋ ਇਸ ਸਮੇਂ ਹਾਲਾਤ ਬਣੇ ਹੋਏ ਨੇ ਉਸ ਦੌਰਾਨ ਕੋਈ ਪਾਲਤੂ ਜਾਨਵਰ ਬਿਮਾਰ ਜਾਂ ਗੁੰਮ ਹੋਇਆ ਹੈ ਜਾਂ ਫਿਰ ਨਹੀਂ। ਜ਼ਿਕਰਯੋਗ ਹੈ ਕਿ 에ਅਰ ਕੈਨੇਡਾ ਦੀਆਂ ਕਈ ਉਡਾਨਾਂ ਨੂੰ ਇਸ ਸਮੇਂ ਦੇਰੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਫਲਾਈਟ ਏਵੀਅਰ ਮੁਤਾਬਕ 에ਅਰ ਕੈਨੇਡਾ ਦੀਆਂ 60% ਉਡਾਨਾਂ ਨੂੰ ਦੇਰੀ ਹੋਈ। ਇਸ ਨਾਲ ਸਭ ਤੋਂ ਵੱਧ ਪ੍ਰਭਾਵਿਤ ਟੋਰਾਂਟੋ ਦਾ ਪੀਅਰਸਨ 에ਅਰਪੋਰਟ ਰਿਹਾ। ਪੀਅਰਸਨ 에ਅਰਪੋਰਟ ਦੁਨੀਆ ਦਾ ਕਾਫੀ ਬਿਜ਼ੀ 에ਅਰਪੋਰਟ ਹੈ, ਜਿੱਥੇ ਅੱਧੇ ਤੋਂ ਵੱਧ ਉਡਾਨਾਂ ਦੇਰੀ ਨਾਲ ਚੱਲੀਆਂ। ਕੋਰੋਨਾ ਦੀ 6ਵੀਂ ਲਹਿਰ ਸ਼ੁਰੂ ਹੋ ਚੁੱਕੀ ਹੈ। ਇੱਕ ਵਾਰ ਫਿਰ ਤੋਂ ਕੋਰੋਨਾ ਵਾਇਰਸ ਦਾ ਅਸਰ ਦੇਖਣ ਨੂੰ ਮਿਲ ਰਿਹਾ ਹੈ। ਪਹਿਲਾਂ ਦੇ ਮੁਕਾਬਲੇ ਕੇਸਿਸ ਵਧ ਰਹੇ ਨੇ। ਇਸ ਪਿੱਛੇ ਕਾਰਨ ਹੈ ਓਮਿਕਰੌਨ ਦਾ ਜੋ ਨਵਾਂ ਵੇਰੀਐਂਟ ਸਾਹਮਣੇ ਆਇਆ। ਓਨਟਾਰੀਓ ਤੋਂ ਤਾਜ਼ਾ ਜਾਣਕਾਰੀ ਸਾਹਮਣੇ ਆਈ, ਜਿੱਥੇ ਦੱਸਿਆ ਗਿਆ ਕਿ ਮੌਜੂਦਾ ਸਮੇਂ ਇੱਥੇ ਕਿਸ ਤਰ੍ਹਾਂ ਦੇ ਹਾਲਾਤ ਬਣੇ ਹੋਏ ਨੇ। ਓਨਟਾਰੀਓ ਵਿੱਚ ਕੋਰੋਨਾ ਵਾਇਰਸ ਦੀ ਨਵੀਂ ਵੇਵ ਸ਼ੁਰੂ ਹੋ ਗਈ ਹੈ, ਜਿਸ ਬਾਰੇ ਚੀਫ ਮੈਡੀਕਲ ਆਫੀਸਰ ਵੱਲੋਂ ਜਾਣਕਾਰੀ ਦਿੱਤੀ ਗਈ। ਉਹਨਾਂ ਦਾ ਕਹਿਣਾ ਹੈ ਕਿ ਓਨਟਾਰੀਓ ਸੂਬੇ ਵਿੱਚ ਕੋਰੋਨਾ ਦੀ 7ਵੀਂ ਲਹਿਰ ਸ਼ੁਰੂ ਹੋ ਚੁੱਕੀ ਹੈ। ਦੱਸਿਆ ਜਾ ਰਿਹਾ ਹੈ ਕਿ ਇਹ ਨਵੀਂ ਵੇਵ ਓਮਿਕਰੌਨ ਦੇ ਨਵੇਂ ਵੇਰੀਐਂਟ ਕਾਰਨ ਫੈਲ ਰਹੀ ਹੈ। ਓਨਟਾਰੀਓ ਦੇ ਕੋਵਿਡ-19 ਸਾਇੰਸ ਐਡਵਾਈਜ਼ਰੀ ਟੇਬਲ ਵੱਲੋਂ ਕੋਵਿਡ ਕੇਸਿਸ ਵਿੱਚ ਜੋ ਲਗਾਤਾਰ ਵਾਧਾ ਹੋ ਰਿਹਾ ਹੈ ਉਸੇ ਸੰਕੇਤ ਦਿੱਤੇ ਨੇ, ਜਿਸ ਤੋਂ ਬਾਅਦ ਸੂਬੇ ਦੇ ਚੀਫ ਮੈਡੀਕਲ ਆਫੀਸਰ ਵੱਲੋਂ ਇਹ ਪੁਸ਼ਟੀ ਕੀਤੀ ਗਈ ਹੈ ਕਿ ਓਨਟਾਰੀਓ ਪ੍ਰੋਵਿੰਸ ਵਿੱਚ ਵਾਇਰਸ ਦੀ ਨਵੀਂ ਵੇਵ ਸ਼ੁਰੂ ਹੋ ਗਈ ਹੈ। ਉਨ੍ਹਾਂ ਕਿਹਾ ਕਿ ਸੂਬਾ ਸਰਕਾਰ ਬੂਸਟਰ ਡੋਜ਼ ਵਾਸਤੇ ਯੋਗਤਾ ਦੇ ਦਾਇਰੇ ਵਿੱਚ ਹੋਰ ਵਾਧਾ ਕਰਨ ਦੀ ਸਮੀਖਿਆ ਕਰ ਰਹੀ ਹੈ ਤੇ ਜਲਦ ਹੀ ਇਸ ਬਾਰੇ ਫੈਸਲਾ ਵੀ ਲਿਆ ਜਾਵੇਗਾ। ਉਨ੍ਹਾਂ ਦਾ ਕਹਿਣਾ ਹੈ ਕਿ ਜੂਨ ਦੀ ਸ਼ੁਰੂਆਤ ਵਿੱਚ ਹੀ ਇਹ ਨਵੇਂ ਵੇਰੀਐਂਟ ਦਾ ਵਾਧਾ ਸ਼ੁਰੂ ਹੋਇਆ ਅਤੇ ਮਹੀਨੇ ਦੇ ਮੱਧ ਤੱਕ ਇਹ ਮੁੱਖ ਸਟ੍ਰੇਨ ਬਣ ਗਿਆ। ਉਨ੍ਹਾਂ ਦਾ ਕਹਿਣਾ ਹੈ ਕਿ ਫਿਲਹਾਲ ਅਸੀਂ ਇਸ ਵੇਵ ਦੇ ਤੀਸਰੇ ਹਫ਼ਤੇ ਵਿੱਚ ਹਾਂ। ਆਉਂਦੇ 4 ਤੋਂ 5 ਹਫ਼ਤਿਆਂ ਤੱਕ ਓਨਟਾਰੀਓ ਦੇ ਇਸ ਵੇਵ ਅਧੀਨ ਰਹਿਣ ਦੀ ਸੰਭਾਵਨਾ ਹੈ। ਇਸ ਤੋਂ ਇਲਾਵਾ ਉਹ ਕਹਿੰਦੇ ਨੇ ਕਿ ਅਗਲੇ 10 ਦਿਨਾਂ ਦੌਰਾਨ ਕੇਸਾਂ ਵਿੱਚ ਵਾਧਾ ਹੋਣ ਦਾ ਅੰਦਾਜ਼ਾ ਹੈ, ਜਿਸ ਤੋਂ ਬਾਅਦ ਕੇਸਾਂ ਵਿੱਚ ਕਮੀ ਆਉਣੀ ਸ਼ੁਰੂ ਹੋਵੇਗੀ। ਦੱਸ ਦਈਏ ਕਿ ਨਵੀਂ ਵੇਵ ਅਜਿਹੇ ਸਮੇਂ ਆਈ ਹੈ ਜਦੋਂ ਗਰਮੀਆਂ ਕਾਰਨ ਬਹੁਤ ਸਾਰੇ ਲੋਕ ਆਊਟਡੋਰ ਥਾਵਾਂ ਤੇ ਆਪਣਾ ਸਮਾਂ ਗੁਜ਼ਾਰ ਰਹੇ ਨੇ। ਇਸ ਨਾਲ ਇਹ ਫਿਕਰਮੰਦੀ ਸ਼ੁਰੂ ਹੋ ਗਈ ਹੈ ਕਿ ਸਾਲ ਦੇ ਅੰਤ ਵਿੱਚ ਜਦੋਂ ਲੋਕ ਇੰਡੋਰ ਵਧੇਰੇ ਰਹਿਣਗੇ ਤਾਂ ਉਦੋਂ ਕਿਸ ਕਿਸਮ ਦੀ ਸਥਿਤੀ ਹੋਵੇਗੀ। ਜ਼ਿਕਰਯੋਗ ਹੈ ਕਿ ਮਈ ਤੋਂ ਬਾਅਦ ਪਹਿਲੀ ਵਾਰੀ ਟੈਸਟ ਪੋਜ਼ਿਟਿਵਿਟੀ ਰੇਟ 10% ਤੋਂ ਵੱਧ ਦਰਜ ਕੀਤਾ ਗਿਆ। ਸਾਇੰਸ ਟੇਬਲ ਮੁਤਾਬਕ ਜੋ ਉਹਨਾਂ ਵੱਲੋਂ ਸੈਂਪਲ ਇਕੱਠੇ ਕੀਤੇ ਗਏ, ਉਹਨਾਂ ਵਿੱਚ ਸੂਬੇ ਦੇ ਜ਼ਿਆਦਾਤਰ ਇਲਾਕਿਆਂ ਵਿੱਚ ਕੋਵਿਡ ਕੇਸ ਵੱਧ ਦਰਜ ਕੀਤੇ ਗਏ। ਮਈ ਤੋਂ ਬਾਅਦ ਪਹਿਲੀ ਵਾਰ ਅਜਿਹਾ ਹੋਇਆ ਹੈ ਜਦੋਂ ਟੈਸਟ ਪੋਜ਼ਿਟਿਵਿਟੀ ਰੇਟ ਵਿੱਚ ਵਾਧਾ ਦਰਜ ਕੀਤਾ ਗਿਆ ਹੋਵੇ। ਤਕਰੀਬਨ 80% ਪਬਲਿਕ ਹੈਲਥ ਯੂਨਿਟਸ ਵਿੱਚ ਕੋਵਿਡ ਕੇਸਾਂ ਅੰਦਰ ਵਾਧਾ ਦਰਜ ਕੀਤਾ ਗਿਆ ਹੈ। ਮੌਜੂਦਾ ਸਥਿਤੀ ਨੂੰ ਹੁਣ ਧਿਆਨ ਵਿੱਚ ਰੱਖਦਿਆਂ ਤੀਸਰੀ ਡੋਜ਼ ਲਗਾਉਣ ਦੀ ਲਗਾਤਾਰ ਅਪੀਲ ਕੀਤੀ ਜਾ ਰਹੀ ਹੈ। ਆਮ ਲੋਕਾਂ ਨੂੰ ਇਹ ਗੱਲ ਕਹੀ ਜਾ ਰਹੀ ਹੈ ਕਿ ਜਲਦ ਤੋਂ ਜਲਦ ਇਹ ਬੂਸਟਰ ਡੋਜ਼ ਉਹ ਜ਼ਰੂਰ ਹਾਸਲ ਕਰ ਲੈਣ।
the forecasting has shown it's roughly 66% of circulating strains now are of the BA5 variety of COVID, and hence that is the definition of a new wave. It's causing an increase in positivity of tests, a slight increase in hospitalizations, a slight increase in those in the intensive care unit. So that defines the wave by all of those numbers. Sadly, yes, we're in another wave. I know that term alone may incite some fear, but I want to put it in perspective. We, in January and February, went through a very large wave of BA1, and then in March and April, a smaller wave of BA2, and now are in BA5, and we anticipate it being a smaller wave, given that we're already 3 weeks in, roughly, and we're not seeing a significant impact on the health system. We expect 4 or 5 more weeks of BA5 being a dominant strain, and then it fading over time. ਇਸ ਦੇ ਨਾਲ ਹੀ ਜਾਂਦੇ ਜਾਂਦੇ ਇੱਕ ਵਾਰ ਫਿਰ ਤੋਂ ਨਜ਼ਰ ਮਾਰਦੇ ਹਾਂ ਹੈਡਲਾਈਨਸ ਤੇ। ਇੰਤਜ਼ਾਰ ਹੋਇਆ ਖਤਮ। ਫੈਡਰਲ ਸਕਿਲਡ ਵਰਕਰ ਪ੍ਰੋਗਰਾਮ ਤੇ ਕੈਨੇਡੀਅਨ ਐਕਸਪੀਰੀਅੰਸ ਕਲਾਸ ਡਰਾ ਦਾ ਐਲਾਨ। ਸੁਪਰ ਵੀਜ਼ਾ ਵਾਲਿਆਂ ਨੂੰ 5 ਸਾਲ ਤੱਕ ਰਹਿਣ ਦਾ ਮੌਕਾ। ਅੱਜ ਤੋਂ ਇਹ ਨਿਯਮ ਹੋ ਰਿਹਾ ਲਾਗੂ। ਕੈਨੇਡਾ ਵਿੱਚ ਉਡਾਨਾਂ ਹੋਈਆਂ ਲੇਟ। ਯਾਤਰੀਆਂ ਨੇ ਕੀਤਾ ਦੇਰੀ ਦਾ ਸਾਹਮਣਾ। ਖਾਲੀ ਨੌਕਰੀਆਂ ਵਿੱਚ ਵਾਧਾ। ਵਰਕਰਾਂ ਦੀ ਭਾਰੀ ਘਾਟ। ਖਬਰਾਂ ਦੇ ਇਸ ਬੁਲੇਟਿਨ ਵਿੱਚ ਇੰਨਾ ਹੀ। ਫਿਲਹਾਲ ਮੈਨੂੰ ਇੰਦਰਪ੍ਰੀਤ ਕੌਰ ਸੰਗੇੜਾ ਨੂੰ ਦਿਓ ਇਜਾਜ਼ਤ ਤੇ ਤੁਸੀਂ ਵੇਖਦੇ ਰਹੋ ਟੀਵੀ ਪੰਜਾਬ।